सत श्री अकाल जी। सांझी सोच टीवी वेख रहे आप सब का मैं स्वाति सक्सेना निकल स्वागत करती हाँ। लैके हाजिर होए तुहाडा खास प्रोग्राम पक्ष का मुद्दा। जी हाँ, इस प्रोग्राम के विच असीं गलबात करांगे उन्हां पंजाब के पक्ष के मुद्दियां दे बारे जो कि चर्चा का विषय बने हुए ने। सो इन्हां पक्ष के मुद्दियां ते विचार चर्चा करन दे लई साडे नाल स्टूडियो दे विच मौजूद ने साडे सहयोगी सतनाम सिंह बठोई जी। सब तो पहला जी उन्हां दा स्वागत करने सर, तुहाडा बहुत बहुत स्वागत है जी। धन्यवाद जी जी। सो असी अगे बढ़ते हैं, इत्थे मुद्दा लैने आ पंजाब दा, जिथे कि पंजाब सरकार दे वल्लों एक नवा हुक्म जारी कर दिता गया है, जिस दे विच हुण जिथे कि विआह समागम होवेगा, विआह दे विच शराब चलनी भी लाजमी है। पर जेकर हुण कोई व्यक्ति शराब पी के उत्थे बाहर निकलेगा अते बाहर निकल के गड्डी चलाएगा जिस ते की कार्रवाई होएगी ते नाल दी नाल जिहड़ा है इत्थे ब्रीथ टेस्ट भी होएगा। इस बारे की कहना चाहोगे जी? सरकार का बहुत शलाघायोग कदम है, जिथे धुंध का जिहड़ा मौसम दिखाई दे रहा है, इस दौरान ਜਿਹੜੀਆਂ घटनावां भी बहुत सारिया सामने आ रही ने। इसे दे चलदियां सरकार ने बड़ा फैसला लिया ਅਤੇ ਹੁਣ ब्रीथ टैसट है ਜਿਹੜਾ ਉਹ ਕੀਤਾ ਜਾਇਆ ਕਰੇਗਾ। जिथे ਅਸੀਂ अक्सर देखते हैं कि ਵਿਆਹ ਸਮਾਗਮਾਂ ਵਿੱਚ शराब ਪਰੋਸੀ ਜਾਂਦੀ ਹੈ ਤੇ ਬਹੁਤ ਸਾਰੇ ਅਜਿਹੇ ਲੋਕ ਹੁੰਦੇ ਨੇ ਕਿ शराब हद ਤੋਂ ਵੱਧ ਪੀਂਦੇ ਨੇ ਤੇ ਉਹ ਫਿਰ ਇੱਕ ਲੜਾਈ ਝਗੜਾ ਵੀ ਕਰਦੇ ਨੇ ਕਿ ਗੱਡੀ ਮੈਂ ਚਲਾਣੀ ਆ ਤੇ ਅੱਕ ਕੇ ਅਗਲਾ ਫਿਰ ਕਹਿ ਦਿੰਦਾ ਵੀ ਭਾਈ ਤੂੰ ਹੀ ਚਲਾ ਗੱਡੀ, ਜਿਸ ਕਾਰਨ ਜਿੱਥੇ ਉਹ ਅਣਗਹਿਲੀ ਕਰਦਾ ਹੈ ਅਤੇ ਧੱਕਾ ਕਰਦਾ ਹੈ ਤੇ ਉਹ ਧੱਕੇ ਨਾਲ ਡਰਾਈਵਰੀ ਕਰਦਾ ਹੈ ਤਾਂ ਉੱਥੇ ਜਦੋਂ ਘਟਨਾਵਾਂ ਵਾਪਰਦੀਆਂ ਨੇ ਤੇ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਜਿਹੜੀਆਂ ਕਈ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਕਰ ਲੈਂਦੀਆਂ ਨੇ। ਇਸੇ ਦੇ ਚੱਲਦਿਆਂ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਕਿ ਜਿਹੜਾ ਬਰੀਥ ਟੈਸਟ ਕੀਤਾ ਜਾਏਗਾ, ਜਿਹੜੇ ਵੀ ਵਿਆਹ ਸਮਾਗਮ ਹੋਣਗੇ ਪੈਲਸਾਂ ਦੇ ਬਾਹਰ ਪੁਲਿਸ ਮੁਲਾਜ਼ਮਾਂ ਨੂੰ ਲਗਾ ਦਿੱਤਾ ਜਾਵੇਗਾ। ਹਾਲਾਂਕਿ ਇਹ ਵੀ ਹੋਣਾ ਚਾਹੀਦਾ ਕਿ ਜਿਹੜੇ ਹੋਰ ਵੀ ਡਰਾਈਵਰ ਨੇ, ਟਰੱਕਾਂ ਦੇ ਡਰਾਈਵਰ ਜਾਂ ਹੋਰ, ਉਹਨਾਂ ਦਾ ਵੀ ਲਾਜ਼ਮੀ ਹੋਣਾ ਚਾਹੀਦਾ। ਹਾਲਾਂਕਿ ਉਹ ਹੁਕਮ ਜਾਰੀ ਹੋਏ ਨੇ ਪਰ ਇੰਨਾ ਉਹਨਾਂ 'ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਕਿ ਕੱਲਾ ਸ਼ਰਾਬ ਵਿਆਹ ਸਮਾਗਮਾਂ 'ਚ ਜਿਹੜੇ ਲੋਕ ਸ਼ਰਾਬ ਪੀ ਕੇ ਨਿਕਲਣਗੇ ਉਹਨਾਂ ਦੇ ਟੈਸਟ ਹੋਣ ਨਾਲ ਇਹ ਘਟਨਾਵਾਂ ਰੁਕ ਜਾਣਗੀਆਂ। ਇਹ ਵੀ ਆਪਣੇ ਆਪ 'ਚ ਵੱਡਾ ਸਵਾਲ ਹੈ ਸਰਕਾਰ ਅੱਗੇ। ਤੇ ਜੇ ਸਰਕਾਰ ਨੂੰ ਚਾਹੀਦਾ ਹੈ ਕਿ ਵੀ ਹਾਂ ਅਸੀਂ ਸੜਕ ਦੁਰਘਟਨਾਵਾਂ ਰੋਕਣੀਆਂ ਨੇ ਤਾਂ ਵੱਡੀ ਜਿਹੜੀ ਸੰਜੀਦਗੀ ਨਾਲ ਸੜਕ ਦੁਰਘਟਨਾਵਾਂ ਬਾਰੇ ਜਾਂ ਸੜਕ ਜਿਹੜੇ ਨਿਯਮ ਨੇ ਇਹਨਾਂ ਦੇ ਨਿਯਮਾਂ ਦੀ ਜਿਹੜੀ ਇਹਨਾਂ ਨੂੰ ਸਖਤੀ ਨਾਲ ਲਾਗੂ ਕਰਨਾ ਚਾਹੀਦਾ। ਇਹ ਸਿਰਫ ਹੋ ਰਿਹਾ ਕੀ ਹੈ, ਸਿਰਫ ਕਾਗਜ਼ੀ ਕਾਰਵਾਈ ਹੋ ਕੇ ਹੀ ਰਹਿੰਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਇਹ ਫੈਸਲਾ ਤਾਂ ਸਰਕਾਰ ਦਾ ਬਹੁਤ ਸ਼ਲਾਘਾਯੋਗ ਹੈ। ਪਰ ਕਿਤੇ ਨਾ ਕਿਤੇ ਜਿਹੜੇ ਸੜਕੀ ਨਿਯਮ ਨੇ ਜਾਂ ਜਿਹੜੇ ਆਵਾਜਾਈ ਦੇ ਨਿਯਮ ਨੇ ਸਾਡੇ ਪੰਜਾਬ 'ਚ ਉਹਨਾਂ ਨੂੰ ਵੀ ਸਖਤੀ ਨਾਲ ਜ਼ਰੂਰ ਲਾਗੂ ਕਰਨਾ ਚਾਹੀਦਾ ਹੈ। ਅਤੇ ਅਜਿਹੇ ਜਿਹੜੇ ਰੋਡ ਨੇ ਜਿਵੇਂ ਬਾਈਪਾਸ ਹੋ ਗਿਆ, ਬਾਈਪਾਸਾਂ 'ਤੇ ਟੋਲ ਪਲਾਜ਼ੇ ਲੱਗੇ ਹੋਏ ਨੇ, ਉਹਨਾਂ ਨੂੰ ਹਦਾਇਤਾਂ ਕਰਨੀਆਂ ਚਾਹੀਦੀਆਂ ਨੇ ਕਿ ਜਿਹੜੇ ਇਹਨਾਂ ਰੋਡਾਂ 'ਤੇ ਅਜਿਹੀਆਂ ਲਾਈਟਾਂ ਲਗਾਉਣ ਜਿਹੜੀਆਂ ਧੁੰਦ ਵਿੱਚ ਕੰਮ ਕਰਨ, ਲੋਕਾਂ ਨੂੰ ਪਤਾ ਲੱਗੇ ਕਿ ਵੀ ਅੱਗੇ ਕੋਈ ਵਾਹਨ ਹੈਗਾ ਜਾਂ ਨਾ, ਕਿਉਂਕਿ ਧੁੰਦ ਨੇ ਪੈਣਾ ਹੀ ਆ, ਮੌਸਮ 'ਚ ਬਦਲਾਅ ਹੁੰਦਾ ਹੀ ਆ। ਪਰ ਘਟਨਾਵਾਂ ਇਸ ਕਾਰਨ ਹੀ ਰੁਕ ਸਕਦੀਆਂ ਨੇ ਕਿਤੇ ਨਾ ਕਿਤੇ ਜੇਕਰ ਜਿਹੜੇ ਨਿਯਮ ਨੇ ਉਹਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇ। ਹਾਲਾਂਕਿ ਸਰਕਾਰ ਜਾਂ ਲੋਕ ਬਹੁਤ ਸਾਰੇ ਸਮਝਾਉਂਦੇ ਵੀ ਨੇ ਇੱਕ ਦੂਜੇ ਨੂੰ, ਪਰ ਕਿਤੇ ਨਾ ਕਿਤੇ ਕਾਹਲੀ ਹੈ ਜਿਹੜੀ ਉਹ ਜਿਹੜੀਆਂ ਘਟਨਾਵਾਂ ਦਾ ਜਿਹੜਾ ਕਾਰਨ ਵੀ ਬਣ ਜਾਂਦੀ ਹੈ। बिल्कुल सही है, बिल्कुल सही किया तुसी। शराब पी के कार चलाना या फिर ड्राइविंग करनी बहुत ही खतरनाक है अपने लिए, खुद दे लिए ते जिहड़ी सवारियां नाल बैठी हुंदी है उन्हां दी जान नूं भी खतरा बनया रहिंदा है। सो अजिहा नहीं करना चाहिए ते अजिहा ना ही करो। सो असीं अगे वधदे हां। इत्थे अज इत्थे लोक सभा दा सर्द रुत सैशन शुरू होया ते इस दे विच किहड़े-किहड़े बिल ने जिहड़े कि पास होणगे ते लोकां लई की कुछ इस दे विच कोई फायदा होवेगा जी, ये जानना चाहांगे जी। लोक सभा का जिहड़ा सर्द रुत सैशन शुरू हो चुका है तो 29 दसंबर तक ये सैशन चलेगा। उत्थे ही उम्मीदां ने लोकां नूं, आम लोकां नूं कि सरकार कुछ वड्डा लैके आवेगी तो लोकां दे लई जिहड़ियां किते कोई ना कोई राहत वाली खबर जिहड़ी इस तों सामने आवेगी। पर उत्थे ही दस्सिया जा रहा है कि 16 कानून ने जिहड़े ਉਹ इस विच पास करने ने, उन्हां विच आम जनता ਲਈ ਕਿਹੜਾ ਕਾਨੂੰਨ ਫਾਇਦੇਮੰਦ ਹੋਵੇਗਾ ਕਿ ਪਹਿਲਾਂ ਵਾਂਗੂ ਖੇਤੀਬਾੜੀ ਕਾਨੂੰਨ ਜਾਂ ਬਿਜਲੀ ਕਾਨੂੰਨ ਜਿਹੜੇ ਤੇ ਰੌਲਾ ਪੈ ਰਿਹਾ ਪਹਿਲਾਂ ਹੀ ਕਿ ਉਸ ਨੂੰ ਸਰਕਾਰ ਦੁਬਾਰਾ ਲੈ ਕੇ ਆਵੇਗੀ। ਕਿਉਂਕਿ ਪਹਿਲਾਂ ਅਸੀਂ ਖੇਤੀਬਾੜੀ ਕਾਨੂੰਨਾਂ ਖਿਲਾਫ ਦੇਖਿਆ ਕਿ ਕਿਵੇਂ ਸੰਘਰਸ਼ ਵਿੱਢਿਆ ਗਿਆ। ਹਾਲਾਂਕਿ ਬਿਜਲੀ ਬਿੱਲ ਲੈ ਕੇ ਸਰਕਾਰ ਜਿਹੜੀ ਆ ਰਹੀ ਆ ਉਹਨਾਂ ਖਿਲਾਫ ਵੀ ਜਿਹੜਾ ਸੰਘਰਸ਼ ਸ਼ੁਰੂ ਹੋ ਚੁੱਕਿਆ ਹੈ। ਇਸੇ ਦੌਰਾਨ ਜੇਕਰ ਪੰਜਾਬ ਦੀ ਗੱਲ ਕਰੀਏ, ਪੰਜਾਬ ਵਿੱਚ ਤਾਂ ਇਹ ਵੀ ਹੁਕਮ ਹੋ ਗਿਆ ਸਰਕਾਰੀ ਦਫ਼ਤਰਾਂ ਵਿੱਚ ਕਿ ਪ੍ਰੀਪੇਡ ਮੀਟਰ ਜਿਹੜੇ ਉਹ ਲੱਗਣੇ ਸ਼ੁਰੂ ਕਰ ਦਿੱਤੇ ਜਾਣ, ਲਗਾਣੇ। ਸੋ ਇਸੇ ਕਾਰਨ ਜੇਕਰ ਅਜਿਹਾ ਹੁੰਦਾ ਹੈ ਤਾਂ ਜਿੱਥੇ ਲੋਕ ਅੱਜ फ्री दी बिजली का जिहड़ा आनंद मान रहे ने वो किते ना किते
ਕੱਲ੍ਹ ਨੂੰ ਉਹਨਾਂ ਦੇ ਜਿਹੜਾ ਮਹਿੰਗਾਈ ਦਾ ਟੀਕਾ ਲੱਗਣਾ ਵੀ ਲਾਜ਼ਮੀ ਹੈ, ਕਿਉਂਕਿ ਜੇਕਰ ਪ੍ਰੀਪੇਡ ਮੀਟਰ ਲੱਗ ਜਾਣਗੇ ਤਾਂ ਲਾਜ਼ਮੀ ਹੋਵੇਗਾ ਕਿ ਉਹ ਆਮ ਲੋਕਾਂ ਦੇ ਘਰਾਂ ਵਿੱਚ ਵੀ ਲੱਗਣਗੇ, ਕਿਉਂਕਿ ਬਿਜਲੀ ਦੇ ਜਿਹੜਾ ਮਹਿਕਮਾ ਪਿਛਲੇ ਦਿਨੀ ਜਿਹੜਾ ਕੇਂਦਰੀ ਮੰਤਰੀ ਨੇ ਬਿਜਲੀ ਦੇ ਊਰਜਾ ਮੰਤਰੀ ਨੇ ਉਹਨਾਂ ਦਾ ਬਿਆਨ ਸਾਹਮਣੇ ਆਇਆ ਕਿ ਪੰਜਾਬ ਨੂੰ ਜਿਹੜਾ ਇਸ 'ਤੇ ਕੋਈ ਕਰਜ਼ਾ ਨਹੀਂ ਦਿੱਤਾ ਜਾਏਗਾ, ਕਿਉਂਕਿ ਹਾਲਾਤ ਇੱਦਾਂ ਦੇ ਬਣੇ ਹੋਏ ਨੇ ਬਿਜਲੀ ਵਿਭਾਗ ਦੇ ਕਿ ਉਹਨਾਂ ਨੂੰ ਕਰਜ਼ਾ ਲੈਣ ਦੀ ਜਿਹੜੀ ਅੱਗੇ ਲੋੜ ਪੈ ਸਕਦੀ ਹੈ। ਇਸੇ ਦੇ ਚੱਲਦਿਆਂ ਕਿਤੇ ਨਾ ਕਿਤੇ ਜਿਹੜੀਆਂ ਫਰੀ ਦਾ ਲਾਲਚ ਜਾਂ ਜ਼ੀਰੋ ਬਿਜਲੀ ਦਾ ਦਿਖਾ ਕੇ ਲੋਕਾਂ ਨੂੰ ਸਰਕਾਰ ਨੇ ਵੱਡਾ ਤੋਹਫਾ ਦਿੱਤਾ ਹੈ, ਉਹ ਤੋਹਫਾ ਕਿਤੇ ਨਾ ਕਿਤੇ ਲੋਕਾਂ ਦੀ ਜੇਬ ਤੇ ਵੱਡਾ ਭਾਰੂ ਨਾ ਪੈ ਜਾਵੇ। ਇਸ ਕਾਰਨ ਹੀ ਉੱਥੇ ਜਿੱਥੇ ਸਰਦ ਰੁੱਤ ਸੈਸ਼ਨ ਸ਼ੁਰੂ ਹੋਇਆ ਹੈ, ਇਸ ਵਿੱਚ ਇਹ ਵੀ ਲੋਕਾਂ ਲਈ ਵੱਡੀ ਦੇਖਣ ਵਾਲੀ ਗੱਲ ਹੋਵੇਗੀ ਕਿ ਕੇਂਦਰ ਸਰਕਾਰ ਜਿੱਥੇ 2024 ਦੀ ਇਲੈਕਸ਼ਨ ਆਉਣ ਵਾਲੀ ਆ, ਉੱਥੇ ਇਸੇ ਦੌਰਾਨ ਲੋਕਾਂ ਲਈ ਅਜਿਹਾ ਕੀ ਵੱਡਾ ਪਟਾਰਾ ਖੋਲ੍ਹੇਗੀ ਕਿ ਲੋਕਾਂ ਨੂੰ ਜੋ ਫਾਇਦਾ ਹੋਵੇ, ਕੁਝ ਰਾਹਤ ਮਿਲੇ, ਮਹਿੰਗਾਈ ਤੋਂ ਰਾਹਤ ਮਿਲੇ, ਕਿਉਂਕਿ ਅਸੀਂ ਦੇਖ ਰਹੇ ਹਾਂ ਕਿ ਕੱਚੇ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਅੰਤਰਰਾਸ਼ਟਰੀ ਉਹ ਬਹੁਤ ਪੱਧਰ 'ਤੇ ਡਿੱਗ ਚੁੱਕੀਆਂ ਨੇ, ਬਹੁਤ ਘੱਟ ਨੇ, ਪਰ ਜਿਹੜਾ ਇੱਥੇ ਸਾਡੇ ਦੇਸ਼ ਵਿੱਚ ਤੇਲ ਦਾ ਰੇਟ ਆ ਜੋ ਉੱਥੇ ਹੀ ਖੜਾ, ਉਸ ਵਿੱਚ ਜੇਕਰ ਅਸੀਂ ਹੁਣ ਗੈਸ ਸਿਲੰਡਰ ਦੀ ਗੱਲ ਕਰ ਲੈਂਦੇ ਹਾਂ, ਗੈਸ ਆ ਜਿਹੜਾ ਉਹ ਅੱਜ 1100 ਤੋਂ ਵੀ ਉੱਪਰ ਦਾ ਮਿਲ ਰਿਹਾ ਲੋਕਾਂ ਨੂੰ, ਜਿਹੜਾ ਕਿਸੇ ਟਾਈਮ 400 ਰੁਪਏ 'ਚ ਮਿਲਦਾ ਸੀਗਾ। ਸੋ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਕਿ ਲੋਕ ਜਿੱਥੇ ਆਪਣੇ ਕਮਾਈ ਵਿੱਚੋਂ ਖਰਚਾ ਜੋੜਦੇ ਸੀਗੇ, ਅੱਜ ਉਹ ਖਰਚਾ ਚਲਾਉਣ 'ਚ ਹੀ ਮਸਾਂ ਜਿਹੜਾ ਉਹਨਾਂ ਦਾ ਟਾਈਮ ਟੱਪ ਰਿਹਾ। ਸੋ ਜਿੱਥੇ ਇਹ ਸਰਦ ਸੈਸ਼ਨ ਸ਼ੁਰੂ ਹੋਇਆ, ਇਸ ਤੋਂ ਉਮੀਦ ਹੈ ਕਿ ਕੁਝ ਨਾ ਕੁਝ ਲੋਕਾਂ ਲਈ ਜ਼ਰੂਰ ਫਾਇਦੇਮੰਦ ਬਿੱਲ ਸਾਹਮਣੇ ਆਉਣਗੇ। ਸੋ ਕੇਂਦਰ ਸਰਕਾਰ ਤੋਂ ਇਹੀ ਉਮੀਦ ਹੈ ਲੋਕਾਂ ਦੀ। ਸੋ ਬਿਲਕੁਲ ਸਹੀ ਕਿਹਾ ਤੁਸੀਂ, ਤੇ ਨਾਲ ਹੀ ਅਸੀਂ ਇਹ ਵੀ ਚਾਹਾਂਗੇ ਕਿ ਜਿਹੜਾ ਸੈਸ਼ਨ ਸ਼ੁਰੂ ਹੋਇਆ ਅੱਜ ਤੋਂ, ਉਸ ਦੇ ਵਿੱਚ ਜਿਹੜੀ ਹੈ ਮਹਿੰਗਾਈ ਜਿਹੜੀ ਹੈ ਦੇਸ਼ ਦੇ ਵਿੱਚ ਦਿਨੋਂ ਦਿਨ ਵੱਧ ਰਹੀ ਹੈ, ਉਸ 'ਤੇ ਥੋੜ੍ਹੀ ਕੰਟਰੋਲ ਕਰਨ ਦੀ ਇੱਥੇ ਕੋਸ਼ਿਸ਼ ਹੈ ਜਿਹੜੀ ਕਿ ਕੇਂਦਰ ਸਰਕਾਰ ਨੂੰ ਜ਼ਰੂਰ ਕਰਨੀ ਚਾਹੀਦੀ। ਜਿਹੜੀ ਵਿਰੋਧੀ ਪਾਰਟੀਆਂ ਨੇ ਉਹ ਜ਼ਰੂਰ ਇੱਥੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਬਿਲਕੁਲ ਆਵਾਜ਼ ਬੁਲੰਦ ਮਹਿੰਗਾਈ ਦੇ ਖਿਲਾਫ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਜਿਹੜਾ ਮੱਧ ਵਰਗ ਹੈ, ਜਿਹੜਾ ਗਰੀਬ ਵਰਗ ਹੈ, ਉਹ ਐਡੀ ਮਹਿੰਗਾਈ ਦੇ ਵਿੱਚ ਗੈਸ ਸਿਲੰਡਰ ਖਰੀਦਣਾ ਬਹੁਤ ਹੀ ਉਹਨਾਂ ਵਾਸਤੇ ਔਖਾ ਹੋਇਆ ਪਿਆ। ਜਿਹੜੇ ਤੇਲ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਵੀ ਅਸਮਾਨ ਛੂ ਰਹੀਆਂ ਨੇ। ਸੋ ਇੱਥੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਮਹਿੰਗਾਈ ਤੇ ਲਗਾਮ ਜਿਹੜੀ ਹੈ ਲਗਾਉਣੀ ਚਾਹੀਦੀ ਹੈ। ਸੋ ਅਸੀਂ ਅੱਗੇ ਵਧਦੇ ਹਾਂ, ਇੱਥੇ ਬਠਿੰਡੇ ਦੀ ਗੱਲ ਕਰਦੇ ਹਾਂ, ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੀ, ਜਿਸ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ਬੱਚਾ ਚੋਰੀ ਹੋਇਆ। ਅਸੀਂ ਜਾਣਨਾ ਚਾਹਾਂਗੇ ਕਿ ਇਹ ਬੱਚਾ ਮਿਲ ਗਿਆ ਹੈ ਤੇ ਇਹ ਬੱਚਾ ਕਿਸਨੇ ਚੋਰੀ ਕੀਤਾ। ਜੀ, ਬੀਤੇ ਕੱਲ੍ਹ ਹੀ ਜੋ ਇਹ ਬੱਚੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਬੱਚਾ ਜਿਹੜਾ ਮਿਲ ਗਿਆ, ਬਰਾਮਦ ਕਰ ਲਿਆ ਗਿਆ ਤੇ ਮਾਪਿਆਂ ਨੂੰ ਇਹ ਸੌਂਪ ਦਿੱਤਾ ਗਿਆ। ਉੱਥੇ ਹੀ ਗੱਲ ਕਰ ਲਈ ਸਿਵਲ ਹਸਪੀਟਲ 'ਚੋਂ ਜਿਹੜਾ ਇਹ ਬੱਚਾ ਚੋਰੀ ਹੋਇਆ ਸੀਗਾ, ਜਿਸ ਤੋਂ ਬਾਅਦ ਵੱਡੇ ਸਵਾਲ ਖੜੇ ਹੋ ਗਏ ਸੀਗੇ। ਇਹ ਬੱਚਾ ਚੋਰੀ ਕਿਵੇਂ ਹੋਇਆ ਇਹ? ਜੀ, ਉਹ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਬੱਚੇ ਜਿਹੜਾ ਨਵਜੰਮ ਬੱਚਾ ਸੀਗਾ, ਇਹ ਜਦੋਂ ਇਸ ਦੇ ਮਾਪਿਆਂ ਨੇ ਉੱਥੇ ਰੱਖਿਆ ਹੋਇਆ ਪਾਇਆ ਹੋਇਆ ਸੀਗਾ ਬੈੱਡ 'ਤੇ, ਤਾਂ ਕੋਈ ਆਇਆ, ਉਹਨਾਂ ਦਾ ਰਿਸ਼ਤੇਦਾਰ ਬਣ ਕੇ ਆਇਆ ਤੇ ਉਹਨਾਂ ਨਾਲ ਗੱਲਾਂ ਬਾਤਾਂ ਲਗਾ ਕੇ ਉਹਨਾਂ ਨੂੰ ਇਹ ਬੱਚਾ ਲੈ ਕੇ ਫਰਾਰ ਹੋ ਗਿਆ। ਸੋ ਉੱਥੇ ਹੀ ਇਹ ਬੱਚੀ ਸੀਗੀ, ਬੱਚੀ ਤੋਂ ਜਦੋਂ ਸਾਰੇ ਕਾਨੂੰਨ ਵੱਲੋਂ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਸਖਤੀ ਦਿਖਾਈ ਗਈ ਤਾਂ ਇਸ ਨੂੰ ਕੁਝ ਘੰਟਿਆਂ ਵਿੱਚ ਹੀ ਬਰਾਮਦ ਕਰ ਲਿਆ ਗਿਆ। ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਏ ਨੇ, ਪਰ ਚਾਹੀਦਾ ਇਹ ਆ ਕਿ ਜਿਹੜੇ ਹਸਪੀਟਲ ਵਿੱਚ ਜਿੱਥੇ ਇੱਕ ਪਾਸੇ ਸਿਹਤ ਮੰਤਰੀ ਜੋੜੇ ਮਾਜਰਾ ਐਲਾਨ ਕਰ ਰਹੇ ਨੇ, ਦਾਅਵਾ ਕਰ ਰਹੇ ਨੇ ਕਿ ਜਿਹੜਾ ਲੇਡੀਜ਼ ਦਾ ਜਿਹੜੇ ਵੀ ਆਪਣਾ ਗਰਭਵਤੀ ਲੇਡੀਜ਼ ਨੇ ਉਹਨਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮਿਲ ਰਹੀਆਂ ਨੇ, ਪਰ ਜਦੋਂ ਉਹਨਾਂ ਦੇ ਬੱਚਾ ਪੈਦਾ ਹੋ ਜਾਂਦਾ ਤੇ ਉਹ ਬੱਚਾ ਹੀ ਸੇਫ ਨਹੀਂ ਹੈਗਾ ਪੈਦਾ ਹੋਣ 'ਤੇ ਹੀ, ਤੇ ਆਉਣ ਵਾਲਾ ਭਵਿੱਖ ਕੀ ਹੋਏਗਾ। ਇਹ ਗੱਲ ਵੱਡੀ ਆਪਣੇ ਆਪ 'ਚ ਵੱਡਾ ਸਵਾਲ ਹੈ ਤੇ ਸਿਹਤ ਮੰਤਰੀ ਸਾਹਿਬ ਨੂੰ ਇਹ ਕਹਿ ਕੇ ਹੀ ਨਹੀਂ ਸਾਰ ਦੇਣਾ ਚਾਹੀਦਾ ਕਿ ਉਹਨਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਜਾਂ ਕੋਈ ਜਿਹੜਾ ਉਹਨਾਂ ਦਾ ਸਹੀ ਢੰਗ ਨਾਲ ਜਿਹੜਾ ਟਰੀਟਮੈਂਟ ਹੋ ਰਿਹਾ। ਜਿਹੜੇ ਬੱਚੇ ਪੈਦਾ ਹੋ ਚੁੱਕੇ ਨੇ ਜਾਂ ਉਹਨਾਂ ਦੀ ਸੁਰੱਖਿਆ ਵੀ ਬਹੁਤ ਜ਼ਰੂਰੀ ਹੈ। ਇਸੇ ਕਾਰਨ ਹਸਪਤਾਲਾਂ ਦੇ ਬਾਹਰ ਜਿਹੜੇ ਹਾਲਾਂਕਿ ਲੱਗੇ ਹੁੰਦੀ ਹੈ ਸਿਕਿਉਰਿਟੀ, ਪਰ ਜਿਹੜੀ ਇਹ ਘਟਨਾ ਐਡੀ ਵੱਡੀ ਘਟਨਾ ਕਿਵੇਂ ਵਾਪਰ ਜਾਂਦੀ ਹੈ, ਇਹ ਵੀ ਕਿਤੇ ਨਾ ਕਿਤੇ ਜਿਹੜੇ ਸਵਾਲ ਨੇ ਵੱਡੇ, ਉਹ ਸਰਕਾਰ ਨੂੰ ਇਹਨਾਂ 'ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਜਿੱਥੇ ਮਾਪੇ ਆਪਣੇ ਔਲਾਦ ਲਈ ਵੱਡਾ ਸੁਪਨਾ ਦੇਖਦੇ ਨੇ ਤੇ ਬੱਚਾ ਜਿਹੜਾ ਆਪਣਾ ਇੱਥੇ ਤੱਕ ਪਹੁੰਚਦਾ ਹੈ ਤੇ ਹਸਪੀਟਲ ਜਾ ਕੇ ਜੋ ਮਾਂ ਪੀੜਾਂ ਵਿੱਚੋਂ ਗੁਜ਼ਰਦੀ ਹੋਈ ਬੱਚੇ ਨੂੰ ਪੈਦਾ ਕਰਦੀ ਹੈ, ਤੇ ਉੱਥੇ ਜਦੋਂ ਬੱਚਾ ਚੋਰੀ ਹੋ ਜਾਂਦਾ ਤਾਂ ਮਾਪਿਆਂ 'ਤੇ ਕੀ ਗੁਜ਼ਰਦੀ ਆ ਉਹ ਮਾਪੇ ਹੀ ਜਾਣਦੇ ਨੇ। ਸੋ ਸਰਕਾਰਾਂ ਨੂੰ ਇਸ 'ਤੇ ਜ਼ਰੂਰ ਧਿਆਨ ਦੇਣਾ ਚਾਹੀਦਾ। ਅਜਿਹੀਆਂ ਖਬਰਾਂ ਨਾ ਹੀ ਅੱਗੇ ਤੋਂ ਆਉਣ ਤਾਂ ਚੰਗਾ ਹੀ ਹੋਵੇਗਾ। ਜੀ ਤਾਂ ਅਸੀਂ ਅੱਗੇ ਵਧਦੇ ਹਾਂ। ਇੱਥੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਥੇ ਦੋਸ਼ੀਆਂ ਨੂੰ ਜਿਹੜੀਆਂ ਸਜ਼ਾਵਾਂ ਸੁਣਾਈਆਂ ਗਈਆਂ ਸਨ, ਪਰ ਉਸ ਦੇ ਵਿੱਚੋਂ ਇੱਕ ਦੀ ਅਸੀਂ ਗੱਲ ਕਰਦੇ ਹਾਂ। ਇੱਥੇ ਜਿਹੜਾ
ਰਾਜਾ ਸਿੰਘ, ਜੀ ਹਾਂ, ਰਾਜਾ ਸਿੰਘ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਰਾਜਾ ਸਿੰਘ ਦੇ ਵੱਲੋਂ ਇੱਥੇ ਸਜ਼ਾ ਨੂੰ ਸਵੀਕਾਰ ਨਹੀਂ ਕੀਤਾ ਗਿਆ। ਸੋ ਇਹ ਕਿਉਂ ਉਹਨਾਂ ਨੇ ਅਜਿਹਾ ਕੀਤਾ ਹੈ ਤੇ ਹੁਣ ਉਸ ਤੇ ਕੀ ਐਕਸ਼ਨ ਹੋਵੇਗਾ? ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੀਤੇ ਕੱਲ੍ਹ ਜਿਹੜੇ ਵੱਡੇ ਫੈਸਲੇ ਲਏ ਅਤੇ ਵਿੱਚ ਕਈ ਜਿਹੜੇ ਅਧਿਕਾਰੀ ਸੀਗੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਜਿਸ ਵਿੱਚ ਕਿ ਕਈਆਂ ਨੂੰ ਤਨਖਾਹੀਆਂ ਐਲਾਨਿਆ ਗਿਆ ਤੇ ਵੱਖ-ਵੱਖ ਸਜ਼ਾਵਾਂ ਦਿੱਤੀਆਂ ਗਈਆਂ। ਕਿਸੇ ਨੂੰ ਭਾਂਡੇ ਮਾਂਜਣ ਦੀ ਸਜ਼ਾ ਦਿੱਤੀ ਗਈ, ਕਿਸੇ ਨੂੰ ਜੁੱਤੇ ਸਾਫ਼ ਕਰਨ ਦੀ ਜਿਹੜੀ ਹੈ ਸਜ਼ਾ ਦਿੱਤੀ ਗਈ। ਇਸੇ ਦੌਰਾਨ ਜੋ ਰਾਜਾ ਸਿੰਘ ਨੇ ਉਹਨਾਂ ਨੇ ਜੋ ਬਗਾਵਤ ਕਰ ਦਿੱਤੀ ਹੈ, ਜਾਂ ਕਹਿ ਸਕਦੇ ਹਾਂ ਕਿ ਅਕਾਲ ਤਖਤ ਸਾਹਿਬ ਦੇ ਉਹ ਖਿਲਾਫ ਬੋਲੇ ਨੇ ਕਿ ਉਹ ਜਿੱਥੇ ਇੱਕ ਪਾਸੇ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਸਰਬ ਉੱਤਮ ਸਾਡਾ ਸਥਾਨ ਹੈ ਅਕਾਲ ਤਖਤ ਸਾਹਿਬ, ਪਰ ਜਿਹੜੇ ਉੱਥੋਂ ਜਿਹੜੇ ਵੀ ਭਾਸ਼ਣ ਜਾਂ ਜਿਹੜੇ ਵੀ ਫੈਸਲੇ ਜਾਰੀ ਹੋ ਰਹੇ ਨੇ ਉਹ ਅਕਾਲੀ ਦਲ ਵੱਲੋਂ ਜਾਰੀ ਕਰਵਾਏ ਜਾ ਰਹੇ ਨੇ, ਯਾਨੀ ਕਿ ਬਾਦਲ ਪਰਿਵਾਰ ਵੱਲੋਂ ਜਿਹੜੇ ਆ ਉਹ ਜਾਰੀ ਕਰਵਾਏ ਜਾ ਰਹੇ ਨੇ ਇਹ ਫੈਸਲੇ। ਇਸੇ ਕਰਕੇ ਉਹ ਕਹਿੰਦੇ ਵੀ ਅਸੀਂ ਇਸ ਸਜ਼ਾ ਨੂੰ ਨਹੀਂ ਸਵੀਕਾਰ ਕਰਦੇ। ਸੋ ਇਹ ਆਪਣੇ ਆਪ 'ਚ ਇੱਕ ਵੱਡਾ ਸੋਚ ਵਿਚਾਰ ਵਾਲਾ ਵਿਸ਼ਾ ਹੈ, ਕਿਉਂਕਿ ਸਿੱਖ ਸੰਗਤਾਂ ਜਿੱਥੇ ਅਕਾਲ ਤਖਤ ਸਾਹਿਬ ਤੋਂ ਜਿਹੜਾ ਵੀ ਹੁਕਮਨਾਮਾ ਜਾਰੀ ਹੁੰਦਾ ਹੈ ਉਸ ਨੂੰ ਸਿਰ ਮੱਥੇ ਜਿਹੜੇ ਆ ਮੰਨਦੀਆਂ ਨੇ, ਪਰ ਜੇਕਰ ਅੱਜ ਸਜ਼ਾ ਹੀ ਨਹੀਂ ਇੱਕ ਬੰਦਾ ਇੱਕ ਜਿਹੜਾ ਅਧਿਕਾਰੀ ਆ ਉਹ ਨਹੀਂ ਸਵੀਕਾਰ ਕਰਦਾ, ਇਹ ਆਪਣੇ ਆਪ 'ਚ ਵੱਡਾ ਸਵਾਲ ਹੈ। ਜਿੱਥੇ ਅਕਾਲੀ ਦਲ ਨੂੰ ਲੈ ਕੇ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਵਾਲਾਂ 'ਚ ਘਿਰੀ ਹੋਈ ਹੈ, ਉੱਥੇ ਹੀ ਜੇਕਰ ਅਜਿਹੀਆਂ ਖਬਰਾਂ ਹੁਣ ਸਾਹਮਣੇ ਆਉਣਗੀਆਂ ਤਾਂ ਕਿਤੇ ਨਾ ਕਿਤੇ ਜਿਹੜਾ ਬਾਦਲ ਪਰਿਵਾਰ 'ਤੇ ਤਾਂ ਦੋਸ਼ ਲੱਗ ਹੀ ਰਹੇ ਨੇ। ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਸ ਨੂੰ ਆਪਣੀ ਦਿੱਖ ਸੁਧਾਰਨੀ ਚਾਹੀਦੀ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਜਿਹੜੀ ਸਿੱਖ ਸੰਗਤਾਂ ਤਾਂ ਵੱਡੀ ਉਮੀਦ ਲਗਾ ਕੇ ਬੈਠੀਆਂ ਹੀ ਨੇ। ਉਸ ਤੋਂ ਬਾਅਦ ਜਿਹੜੇ ਦੂਜੇ ਧਰਮ ਆ ਜਾਂਦੇ ਨੇ ਉਹਨਾਂ ਨੂੰ ਵੀ ਜਿਹੜੀਆਂ ਵੱਡੀਆਂ ਉਮੀਦਾਂ ਹੁੰਦੀਆਂ ਨੇ, ਕਿਉਂਕਿ ਉੱਥੋਂ ਵੱਡੇ ਫੈਸਲੇ ਲਏ ਜਾਣੇ ਹੁੰਦੇ ਨੇ, ਵੱਡੇ ਹੁਕਮਨਾਮੇ ਜਾਰੀ ਹੁੰਦੇ ਨੇ। ਜੇਕਰ ਅੱਜ ਉਹਨਾਂ ਦੇ ਹੀ ਅਧਿਕਾਰੀ ਉਹਨਾਂ ਦੇ ਖਿਲਾਫ ਹੋਣਗੇ ਤਾਂ ਆਉਣ ਵਾਲਾ ਸਮਾਂ ਅਸੀਂ ਕੀ ਦੇਖਾਂਗੇ, ਕਿਉਂਕਿ ਅਕਾਲ ਤਖਤ ਸਾਹਿਬ ਉਹ ਸਿੱਖ ਸੰਗਤਾਂ ਦੀ ਉੱਚ ਸਥਾਨ ਹੈ, ਜਿੱਥੇ ਜੇਕਰ ਅਸੀਂ ਇੱਥੇ ਇਹ ਸ਼ਬਦ ਯੂਜ਼ ਕਰ ਰਹੇ ਹਾਂ ਕਿ ਜੇ ਉੱਥੋਂ ਇਹ ਵੀ ਹੁਕਮ ਜਾਰੀ ਹੋ ਜਾਵੇ ਕਿ ਅੱਜ ਸ਼ਹੀਦੀ ਪਾਣੀ ਆ, ਪਿਛਲੇ ਸਮੇਂ ਦੌਰਾਨ ਅਸੀਂ ਦੇਖਿਆ ਸੀਗਾ ਕਿ ਅਸੀਂ ਸ਼ਹੀਦੀ ਪਾਣੀ ਆ, ਇਹ ਜੰਗ ਜਿੱਤਣੀ ਆ, ਤਾਂ ਉਹ ਜੰਗ ਜਿੱਤੀ ਜਾਂਦੀ ਸੀ। ਤਾਂ ਅੱਜ ਕੀ ਜਥੇਦਾਰ ਸਾਹਿਬ ਦੇ ਬਿਆਨ ਜਾਂ ਜਿਹੜੇ ਫੈਸਲੇ ਨੇ ਉਸ 'ਤੇ ਜਿਹੜੇ ਵਿਚਾਰਾਂ ਦੀ ਜੰਗ ਵੀ ਜਿਹੜੀ ਨਹੀਂ ਜਿੱਤੀ ਜਾ ਰਹੀ। ਸੋ ਇਹ ਆਪਣੇ ਆਪ 'ਚ ਜਿਹੜੀ ਆ ਸੋਚਣ ਵਿਚਾਰਨ ਵਾਲਾ ਜ਼ਰੂਰ ਵਿਸ਼ਾ ਹੈ, ਕਿਉਂਕਿ ਅਕਾਲ ਤਖਤ ਦੀ ਅਸੀਂ ਜਿੱਥੇ ਸਿੱਖ ਮਰਿਆਦਾ ਲਈ ਵੱਡੇ ਜਿਹੜੇ ਉੱਚ ਸਥਾਨ ਹੈ ਉਹ ਉੱਥੋਂ ਜੇ ਅਜਿਹੇ ਫੈਸਲੇ ਜਾਂ ਅਜਿਹੀਆਂ ਸਜ਼ਾਵਾਂ ਨੂੰ ਸਵੀਕਾਰ ਹੀ ਨਾ ਕੀਤਾ ਜਾਵੇ ਅਤੇ ਸਿੱਧੇ ਦੋਸ਼ ਲੱਗਣ ਕਿ ਅਕਾਲੀ ਦਲ ਵੱਲੋਂ ਜਾਂ ਰਾਜਨੀਤਿਕ ਪਾਰਟੀਆਂ ਵੱਲੋਂ ਉੱਥੇ ਦਖਲ ਦਿੱਤਾ ਜਾ ਰਿਹਾ ਹੈ। ਸੋ ਇਹ ਬਹੁਤ ਵੱਡੇ ਸਵਾਲ ਨੇ, ਸੋਚਣ ਵਿਚਾਰ ਵਾਲਾ ਵਿਸ਼ਾ ਹੈ। ਇਸ ਕਰਕੇ ਕਿਤੇ ਨਾ ਕਿਤੇ ਐਕਸ਼ਨ ਤਾਂ ਜ਼ਰੂਰ ਹੋਵੇਗਾ ਹੀ ਰਾਜਾ ਸਿੰਘ ਦੇ ਤੇ ਹੋਰ ਵੱਡਾ, ਕਿਉਂਕਿ ਉਹਨਾਂ 'ਤੇ FIR ਵੀ ਦਰਜ ਹੋ ਸਕਦੀ ਹੈ। ਸੋ ਕਿਤੇ ਨਾ ਕਿਤੇ ਜ਼ਰੂਰ ਅਕਾਲ ਤਖਤ ਸਾਹਿਬ ਨੂੰ ਵੀ ਸੋਚਣਾ ਚਾਹੀਦਾ ਕਿ ਆਏ ਮੁੱਦੇ 'ਤੇ ਕਿਉਂ ਉਹਨਾਂ 'ਤੇ ਅਜਿਹੇ ਦੋਸ਼ ਲੱਗਦੇ ਨੇ ਕਿ ਉਹ ਅਕਾਲੀ ਦਲ ਵੱਲੋਂ ਜਿਹੜੇ ਫੈਸਲੇ ਦਿੱਤੇ ਜਾਂਦੇ ਨੇ ਉਹੀ ਅੱਗੇ ਜਿਹੜੇ ਆ ਅਨਾਉਂਸ ਕੀਤੇ ਜਾਂਦੇ ਆ। ਸੋ ਇਹ ਬਹੁਤ ਵੱਡਾ ਸੋਚ ਵਿਚਾਰ ਦਾ ਵਿਸ਼ਾ ਜੀ। ਬਿਲਕੁਲ। ਸੋ ਅਸੀਂ ਅੱਗੇ ਵਧਦੇ ਹਾਂ, ਇੱਥੇ ਅਗਲਾ ਮੁੱਦਾ ਲੈਂਦੇ ਹਾਂ ਅਸੀਂ, ਤੇ ਇੱਥੇ ਦਿੱਲੀ MCD ਜਿਹੜੀ ਚੋਣਾਂ ਨੇ ਉਹਨਾਂ ਦੇ ਨਤੀਜੇ ਆ ਰਹੇ ਨੇ ਤੇ ਇਸ ਦੇ ਵਿੱਚ ਜਿਹੜੀ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਜਿੱਤ ਵੱਲ ਹੈ। ਸੋ ਇੱਥੇ BJP ਨੂੰ ਕਰਾਰੀ ਮਾਤ ਦਿੱਤੀ ਹੈ ਤੇ ਇਸ ਬਾਰੇ ਕੀ ਕਹਿਣਾ ਚਾਹੋਗੇ ਕਿ BJP ਤੇ ਕਾਂਗਰਸ ਇੱਥੇ ਕਿੱਥੇ ਚੁੱਕ ਗਈ ਹੈ? ਜੀ, MCD ਦੀਆਂ ਚੋਣਾਂ ਦੇ ਨਤੀਜੇ ਆ ਰਹੇ ਨੇ ਤੇ 4 ਦਸੰਬਰ ਨੂੰ ਇਸ ਨੂੰ ਲੈ ਕੇ ਜਿਹੜੇ ਚੋਣ ਹੋਈ ਸੀ, ਇਸੇ ਦੌਰਾਨ ਇਹ ਜਿਹੜੀਆਂ ਸੀਟਾਂ ਹੁੰਦੀਆਂ ਨੇ ਇਹ ਸਿਰਫ MC ਦੀ ਸੀਟ ਨਹੀਂ ਹੁੰਦੀ, ਆਮ ਸੀਟ ਨਹੀਂ ਹੁੰਦੀ ਦਿੱਲੀ ਦੀ, ਇਹ ਇੱਕ MLA ਦੀ ਸੀਟ ਦੇ ਬਰਾਬਰ ਹੁੰਦੀ ਹੈ। ਇਸ ਕਰਕੇ ਇਹ ਜਿਹੜੀ ਚੋਣ ਹੈ ਇਹ ਸਭ ਤੋਂ ਵੱਡੀ ਜਿਹੜੀ ਆਪਣੇ ਦੇਸ਼ ਦੀ ਮੰਨੀ ਜਾ ਸਕਦੀ ਹੈ। ਇਸੇ ਦੇ ਦੌਰਾਨ ਜਿਹੜਾ ਹੁਣ ਜਿਹੜੇ ਰੁਝਾਨ ਸਾਹਮਣੇ ਆ ਰਹੇ ਨੇ ਉਸ ਵਿੱਚ ਆਪ ਨੂੰ बढ़त ਮਿਲੀ ਹੈ ਤੇ ਜਿੱਤ ਦਰਜ ਕਰ ਰਹੀ ਆਪ। ਇਸੇ ਦੌਰਾਨ ਜੋ ਹੁਣ ਭਾਜਪਾ 15 ਸਾਲਾਂ ਤੋਂ ਇੱਥੇ ਰਾਜ ਕਰ ਰਹੀ ਸੀਗੀ, ਉਹਨਾਂ ਦੇ ਜਿਹੜੇ ਮੇਅਰ ਬਣਦੇ ਸੀਗੇ ਇੱਥੋਂ, ਪਰ ਇਸ ਵਾਰ ਲੱਗਦਾ ਤਸਵੀਰ ਕੁਝ ਹੋਰ ਹੀ ਹੋਵੇਗੀ। ਪਰ ਗੱਲ ਇਹ ਵੀ ਹੈ ਨਾ ਕਿ ਚੰਡੀਗੜ੍ਹ ਵਿੱਚ MC ਚੋਣਾਂ ਜਿੱਤੀਆਂ ਆਪ ਨੇ, ਪਰ ਉਹ ਮੇਅਰ ਕਿਹਦਾ ਬਣਿਆ? ਭਾਜਪਾ ਦਾ। ਸੋ ਕਿਤੇ ਨਾ ਕਿਤੇ ਵੱਡੀ ਗੇਮ ਆ ਜਿਹੜੀ ਇੱਥੇ ਭਾਜਪਾ ਨਾ ਖੇਡ ਜਾਵੇ। ਜੇਕਰ ਭਾਜਪਾ ਨੇ ਗੇਮ ਨਾ ਖੇਡੀ ਜਾਂ ਖੇਡੀ ਨਾ ਗਈ ਤਾਂ ਕਿਤੇ ਨਾ ਕਿਤੇ ਜਿਹੜਾ ਆਪ ਦਾ ਜਿਹੜਾ ਮੇਅਰ ਆ ਉਹ ਇਸ ਵਾਰ ਦਿੱਲੀ ਨੂੰ ਜ਼ਰੂਰ ਮਿਲੇਗਾ ਅਤੇ ਦੇਖਣਾ ਹੋਵੇਗਾ ਕਿ ਜਿਹੜੇ ਆਪ ਦੇ MC ਨੇ ਕੀ ਉਹ ਕੇਜਰੀਵਾਲ ਦੀ ਸੋਚ ਨਾਲ ਜੁੜੇ ਰਹਿਣਗੇ
ਕਿ ਜਿਹੜਾ ਮੇਅਰ ਆ ਉਹਨਾਂ ਦਾ ਬਣਨ ਜਾ ਰਿਹਾ, ਇਹ ਵੱਡੇ ਸਵਾਲ ਨੇ। ਕਿਉਂਕਿ ਜਿੱਤ ਦਰਜ ਕਰਨਾ ਤਾਂ ਵੱਡੀ ਗੱਲ ਹੈ ਹੀ, ਇਹ ਵੀ ਵੱਡੀ ਗੱਲ ਹੋਵੇਗੀ ਕਿ ਜਿਹੜਾ ਮੇਅਰ ਹੈ ਉਹ ਭਾਜਪਾ ਬਣਾਵੇਗੀ ਜਾਂ ਫਿਰ ਆਪ ਸਰਕਾਰ ਬਣਾਵੇਗੀ। ਜੀ ਜੀ, ਸੋ ਅਸੀਂ ਇਸ ਦੇ ਨਾਲ ਹੀ ਅਸੀਂ ਤੁਹਾਡੇ ਤੋਂ ਆਗਿਆ ਲੈਣਾ ਚਾਹਾਂਗੇ। ਸਾਡੇ ਅੱਜ ਦੇ ਜਿਹੜੇ ਮੁੱਦੇ ਸੀ ਜਿਨ੍ਹਾਂ ਤੇ ਅਸੀਂ ਵਿਚਾਰ ਚਰਚਾ ਕੀਤੀ ਹੈ, ਤੇ ਸਾਡੇ ਸਹਿਯੋਗੀ ਸਤਨਾਮ ਸਿੰਘ ਬਠੋਈ ਜੀ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹ ਆਪਣਾ ਸਮਾਂ ਕੱਢ ਕੇ ਇਸ ਵਿਚਾਰ ਚਰਚਾ ਵਿੱਚ ਸ਼ਾਮਲ ਹੋਏ ਨੇ। ਸੋ ਸਰ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹੈ ਜੀ। ਧੰਨਵਾਦ ਜੀ। ਸੋ ਇਸ ਦੇ ਨਾਲ ਹੀ ਤੁਸੀਂ ਦੇਸ਼ ਵਿਦੇਸ਼ ਦੀਆਂ ਖਬਰਾਂ ਵੇਖਣ ਦੇ ਲਈ ਜੁੜੇ ਰਹੋ ਸਾਂਝੀ ਸੋਚ ਟੀਵੀ ਦੇ ਨਾਲ, ਤੇ ਇਸ ਦੇ ਨਾਲ ਹੀ ਤੁਸੀਂ ਮੈਨੂੰ ਯਾਨੀ ਕਿ ਸਵਾਤੀ ਸਕਸਨ ਦਿਓ ਆ ਗਿਆ। ਧੰਨਵਾਦ।